ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਮਾਨ ਸਰਕਾਰ ਦੇ ਐਕਸ਼ਨ ਦੀ ਔਰ ਐਕਸ਼ਨ ਹੋਇਆ 45 ਲੋਕਾਂ ਦੇ ਉੱਤੇ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰਚੇ ਹੋਏ ਨੇ 28 ਦਿਨ ਦੀ ਵੱਡੀ ਖਬਰ ਹੈ। 24 ਮਾਰਚ ਤੋਂ ਲੈ ਕੇ 10 ਜੂਨ ਤੱਕ 28 ਕੇਸ ਦਰਜ ਕੀਤੇ ਗਏ ਨੇ ਤੇ 28 ਮਾਮਲਿਆਂ ਦੇ ਵਿੱਚ 45 ਗ੍ਰਿਫਤਾਰੀਆਂ ਹੋਈਆਂ ਨੇ ਤੇ ਗ੍ਰਿਫਤਾਰੀਆਂ ਹੋਈਆਂ ਆਡੀਓ ਤੇ ਵੀਡੀਓ ਦੇ ਆਧਾਰ ਦੇ ਉੱਤੇ। ਇਹ ਦਿਨ ਦੀ ਬਹੁਤ ਵੱਡੀ ਖਬਰ ਹੈ। ਬਹੁਤ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਐਕਸ਼ਨ ਭ੍ਰਿਸ਼ਟਾਚਾਰ ਦੇ ਕੇਸਿਸ ਦੇ ਵਿੱਚ ਹੋਇਆ ਔਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਇਜ਼ਾਫਾ ਜਾਂ ਕਹੀਏ ਕਿ ਲਗਾਤਾਰ ਲੋਕ ਪਰੇਸ਼ਾਨ ਨਜ਼ਰ ਆ ਰਹੇ ਸੀ ਤੇ ਇਸ ਵਿਚਾਲੇ ਇਹ ਐਕਸ਼ਨ ਕਿਤੇ ਨਾ ਕਿਤੇ ਸੰਦੇਸ਼ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਸਰਕਾਰ ਦੀ ਉਹਨਾਂ ਨੂੰ ਜਿਨ੍ਹਾਂ ਦੇ ਵੱਲੋਂ ਲਗਾਤਾਰ ਭ੍ਰਿਸ਼ਟਾਚਾਰ ਕੀਤਾ ਜਾ ਰਿਹਾ ਹੈ, ਜੋ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨੇ। ਖੈਰ ਭ੍ਰਿਸ਼ਟਾਚਾਰ ਕਰਨ ਵਾਲਾ ਇਸ ਦੇ ਵਿੱਚ ਦੋਵੇਂ ਕਸੂਰਵਾਰ ਹੁੰਦੇ ਨੇ, ਜਿਹਨੇ ਰਿਸ਼ਵਤ ਦਿੱਤੀ ਉਹ ਵੀ, ਜਿਸਨੇ ਰਿਸ਼ਵਤ ਮੰਗੀ ਜਾਂ ਲਈ ਉਹ ਵੀ। ਖੈਰ ਤੁਹਾਨੂੰ ਦੱਸ ਦਈਏ ਕਿ 45 ਗ੍ਰਿਫਤਾਰੀਆਂ ਹੋਈਆਂ ਨੇ 28 ਕੇਸਿਸ ਦੇ ਵਿੱਚ। ਇਹ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਇਸ ਨੂੰ ਕਿਹਾ ਜਾ ਰਿਹਾ। 3 ਮਹੀਨੇ ਸਰਕਾਰ ਦੇ ਕਰੀਬ ਹੋ ਚਲੇ ਨੇ, ਤੁਸੀਂ ਕਹਿ ਸਕਦੇ ਹੋ ਕਿ 100 ਦਿਨ ਕਰੀਬ ਹੋ ਚਲੇ ਨੇ ਤੇ ਇਸ ਵਿਚਾਲੇ ਜਿਹੜਾ ਇਹ ਪੂਰਾ ਇੱਕ ਅੰਕੜਾ ਨਿਕਲ ਕੇ ਸਾਹਮਣੇ ਆਇਆ ਕਿ ਜਿਹੜੀ ਇੱਕ ਹੈਲਪਲਾਈਨ ਜਾਰੀ ਕੀਤੀ ਗਈ ਜਿਸ ਦੇ ਉੱਤੇ ਲੋਕ ਸ਼ਿਕਾਇਤ ਦੇ ਸਕਦੇ ਨੇ ਜੇਕਰ ਕੋਈ ਰਿਸ਼ਵਤ ਮੰਗ ਰਿਹਾ ਹੈ ਤੇ ਉਸ ਦੇ ਲਈ ਕੋਈ ਆਡੀਓ ਵੀਡੀਓ ਜਾਂ ਜੋ ਵੀ ਸਬੂਤ ਹੈ ਉਹ ਦੇਣਾ ਦੇ ਕੇ ਕਾਰਵਾਈ ਦੀ ਮੰਗ ਕੀਤੀ ਜਾ ਸਕਦੀ ਹੈ। ਤਾਂ ਇਹਨਾਂ ਕੇਸਿਸ ਦੇ ਵਿੱਚ ਜਿੰਨੇ ਵੀ ਇਹ ਕੇਸਿਸ 28 ਕੇਸਿਸ ਪਰਚੇ ਜਿਹੜੇ ਦਰਜ ਹੋਏ ਨੇ ਉਹਨਾਂ ਦੇ ਵਿੱਚ ਕਰੀਬ ਸਾਰੇ ਕੇਸਿਸ ਦੇ ਵਿੱਚ ਵੀਡੀਓ ਸਬੂਤ ਹੈ। ਸ਼ਾਇਦ 2 ਜਾਂ 3 ਕੇਸਿਸ ਅਜਿਹੇ ਨੇ ਜਿੱਥੇ ਆਡੀਓ ਸਬੂਤਾਂ ਦੇ ਆਧਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਾਂ ਗ੍ਰਿਫਤਾਰੀਆਂ ਹੋਈਆਂ ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਜਿਹੜੇ 28 ਕੇਸਿਸ ਨੇ ਉਹਨਾਂ ਦੇ ਵਿੱਚ 45 ਗ੍ਰਿਫਤਾਰੀਆਂ ਹੋਈਆਂ ਨੇ ਜਦਕਿ 6 ਜਿਹੜੇ ਮਾਮਲੇ ਦੇ ਵਿੱਚ ਮੁਲਜ਼ਮ ਨੇ, ਵੱਖ-ਵੱਖ ਮਾਮਲਿਆਂ 'ਚ ਮੁਲਜ਼ਮ ਨੇ, ਉਹ ਫਰਾਰ ਦੱਸੇ ਜਾ ਰਹੇ ਨੇ। ਤਾਂ ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਐਕਸ਼ਨ ਕਰ ਰਹੀ ਹੈ ਤੇ ਐਕਸ਼ਨ ਦੇ ਵਿਚਾਲੇ ਕੀ ਕੁਝ ਅੰਕੜੇ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਦਰਅਸਲ 28 ਪਰਚੇ ਦਰਜ ਕੀਤੇ ਗਏ ਨੇ। 3 ਮਹੀਨਿਆਂ ਦਾ ਅੰਕੜਾ ਤੁਹਾਨੂੰ ਦੇ ਰਹੇ। ਇਨਫੈਕਟ 10 ਜੂਨ ਤੱਕ ਦਾ ਇਹ ਅੰਕੜਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ 28 ਪਰਚੇ ਦਰਜ ਕੀਤੇ ਗਏ। ਕਿਹਨਾਂ ਦੇ ਉੱਤੇ? ਜਿਨ੍ਹਾਂ ਨੇ ਰਿਸ਼ਵਤ ਮੰਗੀ ਜਾਂ ਰਿਸ਼ਵਤ ਲਈ ਜਾਂ ਫਿਰ ਉਹਨਾਂ ਦੇ ਵੱਲੋਂ ਕਿਸੇ ਦੇ ਥਰੂ ਯਾਨੀ ਕਿ ਕਿਸੇ ਦੇ ਜ਼ਰੀਏ ਕੋਈ ਘੁਮਾ ਕੇ ਕੋਈ ਵਿਚੋਲਾ ਪਾਇਆ ਹੋਇਆ ਸੀ ਜਿਸ ਦੇ ਜ਼ਰੀਏ ਰਿਸ਼ਵਤ ਲਈ ਗਈ ਜਾਂ ਰਿਸ਼ਵਤ ਮੰਗੀ ਗਈ। 28 ਪਰਚੇ ਹੋਏ ਨੇ ਔਰ ਇਹ ਅੰਕੜੇ ਤੁਹਾਨੂੰ ਦਿਖਾ ਰਹੇ ਹਾਂ। 28 ਪਰਚੇ ਹੋਏ ਨੇ, 45 ਗ੍ਰਿਫਤਾਰੀਆਂ ਹੋਈਆਂ ਨੇ, 8 ਜਦਕਿ ਫਰਾਰ ਦੱਸੇ ਜਾ ਰਹੇ ਨੇ। ਤਾਂ ਕਿਹੜੇ ਡਿਪਾਰਟਮੈਂਟ ਨੇ ਜਿਸ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ? ਮਾਈਨਿੰਗ ਤੇ ਜੰਗਲਾਤ ਵਿਭਾਗ ਦੇ ਵਿੱਚ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਨੇ। 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤਕਨੀਕੀ ਸਿੱਖਿਆ 'ਚ ਇੱਕ, ਸਿਹਤ ਵਿਭਾਗ 'ਚ ਇੱਕ, ਜੰਗਲਾਤ ਵਿਭਾਗ ਦੇ ਵਿੱਚ ਇੱਕ, ਨਿਆਇਕ ਵਿਭਾਗ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ। ਪਰ ਜਿਹੜੀਆਂ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋਈਆਂ ਨੇ ਉਹ 2 ਡਿਪਾਰਟਮੈਂਟ ਨੇ। ਇੱਕ ਡਿਪਾਰਟਮੈਂਟ ਹੈ ਜਿਹੜਾ ਮਾਈਨਿੰਗ ਵਿਭਾਗ ਦੇ ਨਾਲ ਜੁੜਿਆ ਹੈ, ਮਾਈਨਿੰਗ ਤੇ ਜੰਗਲਾਤ ਵਿਭਾਗ ਦੇ ਨਾਲ ਜੁੜਿਆ ਹੋਇਆ ਹੈ ਤੇ ਦੂਜਾ ਡਿਪਾਰਟਮੈਂਟ ਹੈ ਪੁਲਿਸ ਦੇ ਡਿਪਾਰਟਮੈਂਟ ਦੇ ਵਿੱਚ 14 ਲੋਕ ਗ੍ਰਿਫਤਾਰ ਹੋਏ ਨੇ। 14 ਪੁਲਿਸ ਮੁਲਾਜ਼ਮਾਂ ਦੇ ਉੱਤੇ ਐਕਸ਼ਨ ਹੋਇਆ ਜਦਕਿ ਇਸ ਤੋਂ ਬਾਅਦ ਮਾਲ ਵਿਭਾਗ ਵੀ ਆਉਂਦਾ ਹੈ, ਜਿਵੇਂ ਤਹਿਸੀਲਦਾਰ ਦਾ ਵਿਭਾਗ ਹੁੰਦਾ ਜਾਂ ਪਟਵਾਰਖਾਨੇ ਹੁੰਦੇ ਨੇ ਉੱਥੇ। ਇਹਨਾਂ ਦੇ ਵਿੱਚ ਕੁਝ ਪਟਵਾਰੀ ਨੇ, ਕੁਝ ਪਟਵਾਰੀਆਂ ਦੇ ਅਸਿਸਟੈਂਟ ਨੇ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਪੁਲਿਸ ਦੇ ਉੱਤੇ 14, ਮਾਲ ਵਿਭਾਗ ਦੇ ਵਿੱਚ 4 ਗ੍ਰਿਫਤਾਰੀਆਂ ਹੋਈਆਂ ਨੇ। ਟੋਟਲ 28 FIR ਨੇ, ਟੋਟਲ 45 ਗ੍ਰਿਫਤਾਰੀਆਂ ਨੇ ਔਰ 8 ਲੋਕ ਫਰਾਰ ਹੋਏ ਨੇ। ਕਾਬਿਲੇ ਗੌਰ ਇਹ ਹੈ ਕਿ ਇਸ ਦੇ ਵਿੱਚ ਕਈ ਅਜਿਹੇ ਕੇਸਿਸ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਇਨਫੈਕਟ ਇਸ ਦੇ ਵਿੱਚ ਕੁਝ ਅਜਿਹੇ ਕੇਸਿਸ ਵੀ ਨੇ ਜਿਨ੍ਹਾਂ ਦੇ ਵਿੱਚ ਸਿਰਫ 500 ਰੁਪਏ ਰਿਸ਼ਵਤ ਵਜੋਂ ਮੰਗੇ ਗਏ ਜਾਂ ਲਏ ਗਏ ਸੀ, ਪਰ ਉਹਨਾਂ ਦੇ ਉੱਤੇ ਵੀ ਐਕਸ਼ਨ ਹੋਇਆ। ਭ੍ਰਿਸ਼ਟਾਚਾਰ ਦਾ ਕੇਸ ਉਹਨਾਂ ਦੇ ਉੱਤੇ ਵੀ ਦਰਜ ਕੀਤਾ ਗਿਆ ਹੈ। ਤੇ ਗ੍ਰਿਫਤਾਰੀਆਂ ਹੋਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਨਫੈਕਟ ਕਈਆਂ ਦੇ ਵਿੱਚ ਜਿਹੜੀ ਵੀਡੀਓ ਜੋ ਦੱਸੀ ਜਾ ਰਹੀ ਹੈ ਕਿ ਜਿਹੜੀ ਵੀਡੀਓ ਸਾਹਮਣੇ ਆਈ ਹੈ ਉਹ ਕਿਸੇ ਇੱਕ ਕੇਸ ਦਾ ਅਜਿਹਾ ਜਿਸ ਦੇ ਵਿੱਚ ਸਿਰਫ 14 ਸੈਕਿੰਡ ਦੀ ਵੀਡੀਓ ਹੈ, ਉਸ ਦੇ ਆਧਾਰ ਦੇ ਉੱਤੇ ਹੀ ਇਹ ਪਰਚਾ ਦਰਜ ਕਰ ਦਿੱਤਾ ਗਿਆ। ਕੁਝ ਕੇਸਿਸ ਦੇ ਵਿੱਚ 2-2.5 ਮਿੰਟ ਦੀ ਵੀਡੀਓਜ਼ ਨੇ, ਵੱਖ-ਵੱਖ ਵੀਡੀਓਜ਼ ਨੇ। 2 ਤੋਂ 3 ਅਜਿਹੇ ਮਾਮਲੇ ਨੇ ਜਿਸ ਦੇ ਵਿੱਚ ਕਰੀਬ 25-28 ਮਿੰਟ ਦੀ ਵੀਡੀਓ। ਇਨਫੈਕਟ ਇੱਕ ਤਾਂ ਕੇਸ ਅਜਿਹਾ ਹੈ ਜਿਸ ਦੇ ਵਿੱਚ ਵੀਡੀਓ ਕਰੀਬ 32-33 ਮਿੰਟ ਦੀਆਂ 2 ਵੀਡੀਓਜ਼ ਨੇ 16-16 ਮਿੰਟਾਂ ਦੀਆਂ ਜਿਹੜੀਆਂ ਬਣਾਈਆਂ ਗਈਆਂ ਜਿਸ ਦੇ ਆਧਾਰ ਦੇ ਉੱਤੇ ਐਕਸ਼ਨ ਹੋਇਆ ਹੈ। ਤਾਂ ਐਕਸ਼ਨ ਤਾਂ ਜ਼ਬਰਦਸਤ ਹੋਇਆ ਹੈ ਪਰ ਦੂਜੇ ਪਾਸੇ ਸਵਾਲ ਹੁਣ ਇਹੀ ਹੈ ਕਿ ਇਸ ਐਕਸ਼ਨ ਦੇ ਨਾਲ ਕਿ ਭ੍ਰਿਸ਼ਟਾਚਾਰ ਦੇ ਉੱਤੇ ਲਗਾਮ ਲੱਗੇਗੀ, ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਜਾਏਗਾ, ਕਿ ਉਹ ਦਿਨ ਜਲਦੀ ਦੇਖਣ ਨੂੰ ਮਿਲੇਗਾ ਕਿ ਆਪਾਂ ਸਰਕਾਰੀ ਦਫ਼ਤਰ ਜਾਈਏ ਤੇ ਉੱਥੇ ਕੋਈ ਇਹ ਨਾ ਕਵੇ ਕਿ ਤੁਹਾਡਾ ਕੰਮ ਨਹੀਂ ਹੋ ਸਕਦਾ ਜੀ, ਤੁਹਾਨੂੰ ਕੁਝ ਦੇਣਾ ਪੈਣਾ ਜੀ, ਜਾਂ ਫਿਰ ਕੋਈ ਸਿੱਧੇ ਢੰਗ ਦੇ ਨਾਲ ਕੋਈ ਨਾ ਕੋਈ ਤਰੀਕਾ ਅਜਿਹਾ ਕੱਢਿਆ ਜਾਂਦਾ ਹੈ ਤਾਂ ਕਿ ਜਿਹੜੇ ਲੋਕ ਉੱਥੇ ਪਹੁੰਚੇ ਹੋਏ ਨੇ ਆਪਣਾ ਕੰਮ ਕਰਵਾਉਣ ਦੇ ਲਈ ਤੇ ਉਹ ਜਿਹੜੀ ਰਿਸ਼ਵਤ ਦੇਣ। ਉਹ ਫਾਈਲਾਂ ਦੇ ਵਿੱਚ ਪੈਸੇ ਰੱਖਣ ਵਾਲਾ ਰਿਵਾਜ ਕੀ ਖਤਮ ਹੋ ਜਾਏਗਾ ਜਿਸ ਦੇ ਬਿਨਾਂ ਕਹਿੰਦੇ ਜੇ ਫਾਈਲ ਭਾਰੀ ਨਾ ਹੋਵੇ ਫਿਰ ਕੰਮ ਨਹੀਂ ਹੁੰਦਾ, ਤਾਂ ਕੀ ਉਹ ਰਿਵਾਜ ਹੋ ਜਾਏਗਾ। ਖੈਰ ਇਹ ਕੇਸਿਸ ਅਸੀਂ ਦੱਸ ਰਹੇ ਇਸ ਦੇ ਵਿਚਾਲੇ ਜ਼ਿੰਮੇਵਾਰੀ ਹੈ
कि भी ਅਸੀਂ ਇੱਥੇ ਜ਼ਿਕਰ ਕਰੀਏ ਕਿ ਸਾਰੇ ਜਿਹੜੇ ਅਫਸਰ ਨੇ ਜਾਂ ਅਧਿਕਾਰੀ ਨੇ ਜਾਂ ਜਿਹੜੇ ਲੋਕ ਕੰਮ ਕਰਵਾਉਣ ਜਾਂਦੇ ਨੇ ਉਹ ਸਾਰੇ ਅਜਿਹੇ ਨਹੀਂ ਕਿ ਜਿਨ੍ਹਾਂ ਨੇ ਰਿਸ਼ਵਤ ਦੇਣੀ ਹੀ ਦੇਣੀ ਹੈ। ਕੋਈ ਸਾਰੇ ਅਫਸਰ ਅਜਿਹੇ ਨਹੀਂ ਕਿ ਜੋ ਬਿਨਾਂ ਰਿਸ਼ਵਤ ਤੋਂ ਕੰਮ ਨਹੀਂ ਕਰਦੇ। ਬਹੁਤ ਸਾਰੇ ਇਮਾਨਦਾਰ ਅਫਸਰ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਡਿਪਾਰਟਮੈਂਟਸ ਚੱਲ ਰਹੇ ਨੇ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਹੀ ਜਿਹੜੇ ਵਿਭਾਗਾਂ ਦੇ ਵਿੱਚ ਕੰਮ ਸਹੀ ਢੰਗ ਦੇ ਨਾਲ ਵੀ ਹੋ ਰਹੇ ਨੇ ਬਹੁਤ ਸਾਰੇ ਲੋਕਾਂ ਦੇ। ਤਾਂ ਬਹੁਤ ਸਾਰੇ ਲੋਕ ਅਜਿਹੇ ਇਮਾਨਦਾਰ, ਉਹਨਾਂ ਨੂੰ ਤਾਂ ਸਲੂਟ ਕਰਨਾ ਬਣਦਾ। ਪਰ ਦੂਜੇ ਪਾਸੇ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਾਂ ਫਿਰ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ ਹੈ, ਤਾਂ ਉਸ ਦੇ ਉੱਤੇ ਤਾਂ ਜ਼ਰੂਰ ਸਵਾਲ ਹੈ ਔਰ ਉਹਨਾਂ ਦੇ ਉੱਤੇ ਕਾਰਵਾਈ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ। ਤਾਂ ਸਰਕਾਰ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ 28 ਕੇਸਿਸ ਦਾ ਜ਼ਿਕਰ ਹੈ, ਜੋ ਮੈਂ ਲਗਾਤਾਰ ਕਰ ਰਿਹਾ ਜ਼ਿਕਰ। 45 ਲੋਕਾਂ ਦੀ ਗ੍ਰਿਫਤਾਰੀ ਦਾ ਉਸ ਦੇ ਵਿੱਚ ਜ਼ਿਕਰ ਹੈ। ਪਰ ਵਿਰੋਧੀ ਇਸ ਲਿਸਟ ਦੇ ਉੱਤੇ, ਲਿਸਟ ਜਾਰੀ ਕਰਨ ਦੇ ਉੱਤੇ ਸਵਾਲ ਚੁੱਕ ਰਹੇ ਨੇ ਔਰ ਬੀਜੇਪੀ ਦੇ ਆਗੂ ਦੇ ਵੱਲੋਂ ਵੀ ਲਿਸਟ ਦੇ ਉੱਤੇ ਸਵਾਲ ਚੁੱਕੇ ਗਏ ਨੇ। ਭ੍ਰਿਸ਼ਟਾਚਾਰ ਮਾਮਲੇ 'ਚ ਜਾਰੀ ਲਿਸਟ ਦੇ ਉੱਤੇ ਸਵਾਲ ਚੁੱਕੇ ਗਏ ਨੇ ਕਿ ਜਿਹੜੇ ਲੋਕਾਂ ਦੇ ਵੱਲੋਂ ਕੰਪਲੇਂਟ ਦਿੱਤੀ ਗਈ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਕਿਉਂ ਹੈ। ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਸਵਾਲ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਸ਼ਿਕਾਇਤਕਰਤਾ ਦਾ ਨਾਮ ਜਨਤਕ ਕਰਨਾ ਠੀਕ ਨਹੀਂ ਹੈ। ਲੋਕਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਸਰਕਾਰ ਕਰ ਰਹੀ ਹੈ। ਦਰਅਸਲ ਜਿਹੜੀ ਇਹ ਲਿਸਟ ਜਾਰੀ ਕੀਤੀ ਗਈ ਹੈ ਬਕਾਇਦਾ ਇੱਕ ਪ੍ਰੈਸ ਨੋਟ ਦੇ ਜ਼ਰੀਏ ਜਾਰੀ ਕਰ ਦਿੱਤੀ ਗਈ। ਇਨਫੈਕਟ ਨਿਊਜ਼ 18 ਪੰਜਾਬ ਦੇ ਕੋਲ ਲਿਸਟ ਪਹਿਲਾਂ ਹੀ ਹੱਥ ਲੱਗ ਗਈ ਸੀ ਔਰ ਜਿਹੜੀ ਇਹ ਲਿਸਟ ਜਾਰੀ ਕੀਤੀ ਗਈ ਹੈ 28 ਕੇਸਿਸ ਵਾਲੀ ਕਿ 28 ਮਾਮਲੇ ਦਰਜ ਹੋਏ ਨੇ, 45 ਗ੍ਰਿਫਤਾਰੀਆਂ ਹੋਈਆਂ ਨੇ। ਇਹਨਾਂ ਦੇ ਵਿੱਚ ਬਕਾਇਦਾ ਕੰਪਲੇਂਟ ਦਾ ਨੰਬਰ ਹੈ ਤੇ ਉਸ ਤੋਂ ਬਾਅਦ ਜਿਹੜਾ ਕੰਪਲੇਨੈਂਟ ਹੈ ਯਾਨੀ ਕਿ ਜਿਸ ਦੇ ਵੱਲੋਂ ਸ਼ਿਕਾਇਤ ਕੀਤੀ ਗਈ, ਸ਼ਿਕਾਇਤਕਰਤਾ ਹੈ, ਉਸ ਦੀ ਵੀ ਡਿਟੇਲ ਦਿੱਤੀ ਗਈ ਹੈ। ਇਨਫੈਕਟ ਉਸ ਦੇ ਵਿੱਚ ਸ਼ਿਕਾਇਤਕਰਤਾ ਦਾ ਪੂਰਾ ਐਡਰੈਸ ਲਿਖਿਆ ਗਿਆ ਹੈ। ਉਸ ਤੋਂ ਬਾਅਦ ਡਿਟੇਲ ਆਫ ਸਸਪੈਕਟ ਹੈ ਯਾਨੀ ਕਿ ਜਿਨ੍ਹਾਂ ਦੇ ਉੱਤੇ ਸ਼ੱਕ ਹੈ ਜਾਂ ਜਿਹੜੇ ਮੁਲਜ਼ਮ ਨੇ ਇਸ ਪੂਰੇ ਮਾਮਲੇ ਦੇ ਵਿੱਚ, ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ। ਉਸ ਤੋਂ ਬਾਅਦ ਫਿਰ ਦੱਸਿਆ ਗਿਆ ਕਿ ਬਰੀਫ ਸਮਰੀ ਹੈ ਕਿ ਆਖਿਰ ਕਦੋਂ ਇਹ ਪੂਰਾ ਘਟਨਾਕ੍ਰਮ ਵਾਪਰਿਆ, ਕਦੋਂ ਦਾ ਕੇਸ ਹੈ। ਉਸ ਤੋਂ ਬਾਅਦ ਡਿਟੇਲ ਹੈ ਕਿ ਇਸ ਦੇ ਵਿੱਚ ਸਬੂਤ ਕੀ ਨੇ। ਪੂਰਾ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੇ ਦਸਤਾਵੇਜ਼ ਸਾਹਮਣੇ ਆਏ ਨੇ ਉਹ ਕਿਹੜੇ ਨੇ ਤੇ ਫਿਰ ਐਕਸ਼ਨ ਕੀ ਲਿਆ ਗਿਆ, ਉਹ ਵੀ ਪੂਰੀ ਡਿਟੇਲ ਦਿੱਤੀ ਗਈ ਹੈ। ਤਾਂ ਬੀਜੇਪੀ ਆਗੂ ਗਰੇਵਾਲ ਸਵਾਲ ਚੁੱਕ ਰਹੇ ਨੇ ਕਿ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ, ਸ਼ਿਕਾਇਤਕਰਤਾਵਾਂ ਦੇ ਨਾਮ ਜਨਤਕ ਕਰਨਾ ਠੀਕ ਨਹੀਂ ਹੈ। ਸਰਕਾਰ ਦੇ ਵੱਲੋਂ ਜੋ ਲਿਸਟ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਜਿਹੜੇ ਆਮ ਲੋਕ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਉਹਨਾਂ ਨੂੰ ਖਤਰੇ ਦੇ ਵਿੱਚ, ਉਹਨਾਂ ਦੀ ਜਾਨ ਦੇ ਨਾਲ ਖਿਲਵਾੜ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਗਲਤੀਆਂ ਤੇ ਗਲਤੀਆਂ ਕਰ ਰਹੀ ਹੈ। ਪਹਿਲਾਂ ਇਹਨਾਂ ਨੇ ਸਿਕਿਉਰਿਟੀ ਵਿਡਰਾਲ ਕੀਤੀ, ਫਿਰ ਉਹ ਸੀਕ੍ਰੇਟ ਡਾਕੂਮੈਂਟ ਨੂੰ ਪਬਲਿਕ ਕੀਤਾ ਤੇ ਉਹਦੇ 'ਚ ਮੂਸੇਵਾਲਾ ਦੀ ਹੱਤਿਆ ਹੋਈ। ਔਰ ਇਸੇ ਤਰ੍ਹਾਂ ਹੁਣ ਜਿਹੜੇ ਲੋਕ ਕੰਪਲੇਨੈਂਟ ਨੇ, ਕਰਪਸ਼ਨ ਦੇ ਖਿਲਾਫ ਸ਼ਿਕਾਇਤ ਕਰਦੇ ਨੇ, ਉਹਨਾਂ ਦੇ ਨਾਮ ਨਸ਼ਰ ਕਰ ਦਿੱਤੇ। ਪਹਿਲਾਂ ਕਹਿੰਦੇ ਸੀ ਗੁਪਤ ਰੱਖਾਂਗੇ ਤੇ ਹੁਣ ਉਹਨਾਂ ਦੇ ਲਈ ਖਤਰਾ ਪੈਦਾ ਕਰਤਾ। ਇਹਦੇ ਲਈ ਜ਼ਿੰਮੇਦਾਰ ਕੌਣ ਹੈ ਸਰਕਾਰ ਦੇ ਅੰਦਰ? ਇਹ ਸਰਕਾਰ ਬਾਰ-ਬਾਰ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਤੇ ਮੈਂ ਸਮਝਦਾ ਇਹ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਗਲਤੀਆਂ ਨੇ। ਆਪਣੀ ਮਸ਼ਹੂਰੀ ਕਰਨ ਲਈ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਂਦੇ ਆ ਔਰ ਕੋਈ ਵੀ ਸਰਕਾਰ ਦਾ ਸਹਿਯੋਗ ਕਰਪਸ਼ਨ ਦੇ ਖਿਲਾਫ ਕਿਸ ਤਰ੍ਹਾਂ ਕਰੇਗਾ ਜਦੋਂ ਉਹਨਾਂ ਦੇ ਉਹ ਸੀਕ੍ਰੇਟ ਨਾਮ ਜਿਹੜੇ ਆ ਉਹ ਨਸ਼ਰ ਕੀਤੇ ਜਾਣਗੇ। ਇਹ ਤਾਂ ਹਰਜੀਤ ਗਰੇਵਾਲ ਬੀਜੇਪੀ ਦੇ ਆਗੂ ਸਵਾਲ ਚੁੱਕ ਰਹੇ ਨੇ। ਹੋਰ ਗੱਲਬਾਤ ਉਹਨਾਂ ਦੇ ਨਾਲ ਕਰਦੇ ਨੇ ਕਿ ਕਿਉਂ ਲਿਸਟ ਦੇ ਉੱਤੇ ਇਤਰਾਜ਼ ਉਹਨਾਂ ਦੇ ਵੱਲੋਂ ਜਤਾਇਆ ਜਾ ਰਿਹਾ। ਸਾਡੇ ਨਾਲ ਇਸ ਸਮੇਂ ਹਰਜੀਤ ਗਰੇਵਾਲ ਜੀ ਫੋਨ ਲਾਈਨ ਤੇ ਇਨਫੈਕਟ ਜੁੜ ਵੀ ਚੁੱਕੇ ਨੇ। ਗਰੇਵਾਲ ਸਾਹਿਬ ਸਵਾਗਤ ਹੈ। ਸਰਕਾਰ ਐਕਸ਼ਨ ਕਰ ਰਹੀ ਹੈ ਭ੍ਰਿਸ਼ਟਾਚਾਰੀਆਂ ਦੇ ਖਿਲਾਫ, ਤੁਸੀਂ ਸਵਾਲ ਕਿਉਂ ਚੁੱਕ ਰਹੇ ਹੋ ਇਸ ਲਿਸਟ ਦੇ ਉੱਤੇ? ਨਹੀਂ ਦੇਖੋ, ਸਰਕਾਰ ਨੇ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਸ਼ਿਕਾਇਤ ਕਰਨਗੇ ਉਹਨਾਂ ਦੇ ਨਾਮ ਜਨਤਕ ਨਹੀਂ ਕੀਤੇ ਜਾਣਗੇ ਜੀ। ਇਹ ਬਾਰ-ਬਾਰ ਇਸ ਤਰ੍ਹਾਂ ਦੀਆਂ ਗਲਤੀਆਂ ਕਰਨਾ ਔਰ ਜਨਤਕ ਕਰਕੇ ਉਹਨਾਂ ਨੂੰ ਸਿਕਿਉਰਿਟੀ ਕੌਣ ਪ੍ਰੋਵਾਈਡ ਕਰੇਗਾ ਬਾਅਦ 'ਚ, ਤੇ ਫਿਰ ਅਗਲੇ ਜਨਤਕ ਕਰਨ ਤੋਂ ਡਰਨਗੇ ਕਿਉਂਕਿ ਜਿਹੜੇ ਲੋਕ ਕਰਪਸ਼ਨ ਕਰਦੇ ਆ ਉਹ ਤਾਕਤਵਰ ਹੁੰਦੇ ਆ, ਉਹ ਕੋਈ ਇਸ ਤਰ੍ਹਾਂ ਨਹੀਂ ਹੁੰਦੇ। ਔਰ ਜਿਹੜੇ ਸ਼ਿਕਾਇਤਕਰਤਾ ਹੁੰਦੇ ਆ ਉਹ ਮੈਂ ਕਹਿ ਸਕਦਾ ਕਿ ਉਹ ਮਤਲਬ ਜ਼ਿਆਦਾ ਤਾਕਤਵਰ ਲੋਕ ਨਹੀਂ ਹੋਇਆ ਕਰਦੇ। ਉਹਨਾਂ ਨਾਲ ਤਾਂ ਧੱਕਾ ਹੋ ਜਾਂਦਾ। ਧੱਕਾ ਤਾਂ ਜਿਨ੍ਹਾਂ ਕੋਲ ਤਾਕਤ ਨਾ ਹੋਵੇ ਉਹਨਾਂ ਨਾਲ ਹੀ ਹੁੰਦਾ। ਤੇ ਜੇ ਉਹਨਾਂ ਦੇ ਨਾਮ ਤੁਸੀਂ ਜਨਤਕ ਕਰਦੇ ਹੋਗੇ ਤਾਂ ਸਰਕਾਰ ਦਾ ਸਹਿਯੋਗ ਕਰਪਸ਼ਨ ਨੂੰ ਸਾਹਮਣੇ ਲਿਆਉਣ 'ਚ ਕੌਣ ਕਰੇਗਾ, ਕਿਸ ਤਰ੍ਹਾਂ ਕਰੇਗਾ, ਜਦੋਂ ਉਹਨਾਂ ਦੀ ਜਾਨ ਨੂੰ ਹੀ ਅਸੀਂ ਖਤਰੇ 'ਚ ਪਾ ਦਿਆਂਗੇ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਸੋਚ ਵਿਚਾਰ ਕਰਨ ਵਾਲੀਆਂ ਨੇ। ਪਹਿਲਾਂ ਦੇਖੋ, ਅਸੀਂ ਗਵਰਨਰ ਸਾਹਿਬ ਨੂੰ ਵੀ ਪੰਜਾਬ ਬੀਜੇਪੀ ਨੇ ਸ਼ਿਕਾਇਤ ਕੀਤੀ ਕਿ ਇਹਨਾਂ ਨੇ ਐਡ ਦੇਤੀ ਕਿ ਉਹਦੇ ਤੇ ਵਿੱਚ ਹੀ ਲਿਖਿਆ ਹੋਇਆ ਮੋਸਟ ਸੀਕ੍ਰੇਟ ਡਾਕੂਮੈਂਟ, ਔਰ ਸੇਮ ਐਡ ਦੇਤੀ ਔਰ ਐਡ ਦੇ ਵਿੱਚ ਸਾਰੇ 424 ਲੋਕਾਂ ਦੇ ਨਾਮ ਸੀ ਜਿਨ੍ਹਾਂ ਦੀ ਸਿਕਿਉਰਿਟੀ ਵਿਡਰਾਅ ਕੀਤੀ ਤੇ ਜਾਂ ਘੱਟ ਕੀਤੀ, ਤੇ ਉਹ ਨਾਮ ਤੇ ਨੁਕਸਾਨ ਹੋਇਆ। ਸਿੱਧੂ ਮੂਸੇਵਾਲਾ ਦਾ ਕਤਲ ਹੋਇਆ
ਤੇ ਬਾਕੀ ਹੋਰ ਖੋਇਆ ਹੋਵੇ ਤਾਂ ਉਹ ਅਜੇ ਸਾਹਮਣੇ ਨਹੀਂ ਆਇਆ। ਔਰ ਦੂਸਰਾ, ਅੱਜ ਇਹਨਾਂ ਨੇ ਲਿਸਟ ਜਾਰੀ ਕਰਤੀ, ਉਹਦੇ ਵਿੱਚ ਵਾਅਦਾ ਕੀਤਾ ਸੀ ਇਹਨਾਂ ਨੇ, ਬੇਸ਼ੱਕ ਦੇਖ ਲਓ ਇਹਨਾਂ ਦੇ ਪੁਰਾਣੇ ਬਿਆਨ ਕੱਢ ਕੇ, ਕਿ ਸਰਕਾਰ ਨੂੰ ਜਿਹੜਾ ਵੀ ਜਾਣਕਾਰੀ ਦੇਵੇਗਾ ਉਸ ਦਾ ਨਾਮ ਜਨਤਕ ਨਹੀਂ ਕੀਤਾ ਜਾਏਗਾ, ਉਹਦਾ ਪੂਰਾ ਧਿਆਨ ਰੱਖਿਆ ਜਾਏਗਾ, ਉਹਨੂੰ ਸੀਕ੍ਰੇਟ ਰੱਖਿਆ ਜਾਏਗਾ। ਇਹ ਆਪਣੀ ਵਾਹਵਾਹੀ ਖੱਟਣ ਦੇ ਚੱਕਰ 'ਚ, ਆਪਣਾ ਲੋਕਾਂ 'ਚ ਸਥਾਨ ਬਣਾਉਣ ਦੇ ਚੱਕਰ 'ਚ ਕਿ ਅਸੀਂ ਕਰਪਸ਼ਨ ਦੇ ਲਈ ਕਾਰਵਾਈ ਕਰ ਰਹੇ ਹਾਂ, ਨਾਮ ਜਨਤਕ ਕਰ ਰਹੇ ਆ, ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਕੋਈ ਵਾਹਵਾਹੀ ਖੱਟਣ ਲਈ ਥੋੜ੍ਹਾ ਹੈਗਾ, ਇਹ ਤਾਂ ਜੈਨੂਅਨ ਇੱਕ ਜਿਹੜੀ ਬੁਰਾਈ ਆਈ ਹੋਈ ਹੈ ਸਾਡੇ, ਉਸ ਬੁਰਾਈ ਨੂੰ ਦੂਰ ਕਰਨ ਦੇ ਲਈ ਇਹ ਕੰਮ ਕਰਨਾ ਹੈਗਾ। ਇਸ ਲਈ ਇਹ ਤੁਹਾਨੂੰ ਲੱਗਦਾ ਕਿ ਜਿਨ੍ਹਾਂ ਦੇ ਨਾਮ ਜਨਤਕ ਹੋ ਗਏ ਉਹਨਾਂ ਦੀ ਸੁਰੱਖਿਆ ਨੂੰ ਖਤਰਾ ਹੋ ਗਿਆ, ਤੁਸੀਂ ਇਹ ਕਹਿ ਰਹੇ ਹੋ? ਹਾਂ, ਬਿਲਕੁਲ ਹੋ ਗਿਆ। ਔਰ ਲੱਗਦਾ ਕਿ ਤੁਸੀਂ ਜੋ ਐਕਸ਼ਨ ਹੋਇਆ ਉਸ ਦਾ ਵੈਲਕਮ ਕਰਦੇ ਹੋ? ਅਰੇ ਵੀ ਐਕਸ਼ਨ ਕਰਪਸ਼ਨ ਦੇ ਖਿਲਾਫ ਹੋਣਾ ਚਾਹੀਦਾ, ਪਰ ਨਾਲ ਨਾਲ ਉਹਨਾਂ ਲੋਕਾਂ ਦੇ ਨਾਮ ਜਨਤਕ ਕਰਨ ਦੀ ਕੀ ਜ਼ਰੂਰਤ ਸੀ? ਜਦੋਂ ਕਾਰਵਾਈ ਹੋ ਗਈ ਹੈ, ਗੱਲ ਖਤਮ। ਤੇ ਉਹ ਜਿਹੜੇ ਜਿਨ੍ਹਾਂ ਨੇ ਕੰਪਲੇਨੈਂਟ ਸੀਗੇ, ਜਿਹੜੇ ਜਿੱਥੇ ਕਾਰਵਾਈ ਨਹੀਂ ਵੀ ਹੋਈ, ਉਹਨਾਂ ਦੇ ਵੀ ਨਾਮ ਜਨਤਕ ਕਰਤੇ ਇਹਨਾਂ ਨੇ ਤਾਂ। ਤੇ ਇਸ ਲਈ ਇਹ ਠੀਕ ਨਹੀਂ, ਉਹਨਾਂ ਦੀ ਦੁਸ਼ਮਣੀਆਂ ਪੈ ਜਾਣੀਆਂ ਨੇ। ਉਹਨਾਂ ਨੇ ਸੋਚਣਾ ਕਿ ਇਹ ਲੋਕ ਸਾਡੇ ਤੇ ਕਾਰਵਾਈ ਕਰਵਾਉਣਾ ਚਾਹੁੰਦੇ ਸੀ, ਤੇ ਉਹਨਾਂ ਦੇ ਲਈ ਦਿੱਕਤ ਹੋ ਜਾਣੀ ਹੈ। ਇਹ ਜਿਹੜਾ ਹੈਗਾ, ਇਹ ਸਰਕਾਰ ਨੂੰ ਪਰਹੇਜ਼ ਕਰਨਾ ਚਾਹੀਦਾ, ਇਸ ਤੋਂ ਸੰਯਮ ਰੱਖਣਾ ਚਾਹੀਦਾ। ਇਹ ਸਰਕਾਰ ਵਾਰ-ਵਾਰ ਇਸ ਤਰ੍ਹਾਂ ਦੀਆਂ ਗਲਤੀਆਂ ਕਿਉਂ ਕਰਦੀ ਹੈ, ਔਰ ਕੀ ਮਨਸ਼ਾ ਇਹਨਾਂ ਦੀ? ਕੀ ਇਹ ਜੈਨੂਅਨ ਕਾਰਵਾਈ? ਹੁਣ ਤਾਂ ਇਹ ਵੀ ਸਵਾਲ ਉੱਠਣ ਲੱਗੇ ਕਿ ਜੈਨੂਅਨ ਕਾਰਵਾਈ ਕਰਨਾ ਵੀ ਚਾਹੁੰਦੇ ਆ ਕਰਪਸ਼ਨ ਦੇ ਖਿਲਾਫ, ਜਾਂ ਇਹ ਆਪਣਾ ਨਾਮ ਨਾ ਹੀ ਕੱਟਣਾ ਚਾਹੁੰਦੇ ਕਿ ਅਸੀਂ ਕਰਪਸ਼ਨ ਦੇ ਖਿਲਾਫ ਹਾਂ। ਇਸ ਤੋਂ ਇਹ ਲੱਗਦਾ ਹੈਗਾ। ਨਹੀਂ, ਪਰ ਗਰੇਵਾਲ ਸਾਹਿਬ, ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਐਕਸ਼ਨ ਦੇ ਨਾਲ, ਜਨਤਕ ਤੁਸੀਂ ਕਹਿ ਰਹੇ ਹੋ ਕਿ ਕਿੱਤਾ ਗਲਤ ਹੈ, ਪਰ ਇਸ ਤਰ੍ਹਾਂ ਦੇ ਐਕਸ਼ਨ ਦੇ ਨਾਲ ਜਿਹੜੇ ਕੇਸਿਸ ਸਾਹਮਣੇ ਆਏ ਨੇ, ਜੋ ਲਿਸਟ ਜਾਰੀ ਕਰ ਦਿੱਤੀ ਗਈ, ਕਿ ਇਸ ਦੇ ਨਾਲ ਭ੍ਰਿਸ਼ਟਾਚਾਰ ਦੇ ਉੱਤੇ ਰੋਕ ਲੱਗ ਸਕੇਗੀ? ਨਹੀਂ, ਭ੍ਰਿਸ਼ਟਾਚਾਰ ਤੇ ਰੋਕ ਲੱਗੇਗੀ, ਪਰ ਲੋਕਾਂ ਦਾ ਹੌਸਲਾ ਟੁੱਟ ਜਾਏਗਾ। ਜਿਹੜੇ ਸਾਹਮਣੇ ਆਉਣਗੇ ਉਹ ਡਰਨ ਲੱਗ ਜਾਣਗੇ ਕਿ ਸਰਕਾਰ ਵਾਅਦਾ ਕਰਕੇ ਵੀ ਮੁੱਕਰ ਜਾਂਦੀ ਹੈ ਔਰ ਸਾਡੇ ਨਾਮ ਜਨਤਕ ਕਰ ਦਿੰਦੀ ਹੈ। ਇਹ ਇਹਦੇ ਸਭ ਤੋਂ ਬੜਾ ਕਾਰਨ, ਜਿਹੜੀ ਗੱਲ ਮੈਂ ਕਹਿ ਰਿਹਾ, ਮੈਂ ਭ੍ਰਿਸ਼ਟਾਚਾਰ ਤੇ ਕਾਰਵਾਈ ਕਰਨ ਦੇ ਹੱਕ 'ਚ ਹਾਂ, ਔਰ ਭ੍ਰਿਸ਼ਟਾਚਾਰੀਆਂ ਨੂੰ ਫੜਨ ਦੇ ਵੀ ਹੱਕ 'ਚ ਹਾਂ, ਮੇਰੀ ਪਾਰਟੀ ਵੀ ਹੱਕ 'ਚ ਹੈ। ਅਸੀਂ ਤਾਂ ਭ੍ਰਿਸ਼ਟਾਚਾਰ ਦੀ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ। ਮਤਲਬ ਤੁਸੀਂ ਇਹ ਵੀ ਕਹਿਣਾ ਚਾਹ ਰਹੇ ਹੋ ਕਿ ਜਿਸ ਤਰੀਕੇ ਨਾਲ ਨਾਮ ਜਨਤਕ ਕਰ ਦਿੱਤੇ ਗਏ, ਹੁਣ ਅੱਗੇ ਲੋਕ ਕੰਪਲੇਂਟ ਕਰਨ ਤੋਂ ਪਹਿਲਾਂ ਸੋਚਣਗੇ ਕਿ ਸਾਡਾ ਨਾਮ ਜਨਤਕ ਨਾ ਹੋ ਜਾਏ? ਬਿਲਕੁਲ, ਇਹ ਸੋਚਣਗੇ ਔਰ ਉਹਨਾਂ ਦੇ ਮਨ 'ਚ ਡਰ ਆਏਗਾ। ਇਸ ਲਈ ਉਹਨਾਂ ਨੂੰ ਕੌਨਫੀਡੈਂਸ ਪੈਦਾ ਕਿਸ ਤਰ੍ਹਾਂ ਕਰਨਾ ਸਰਕਾਰ ਨੇ? ਹੁਣ ਸਰਕਾਰ ਨੇ ਸੋਚਣਾ ਜਿਹੜੀ ਗਲਤੀ ਕੀਤੀ ਹੈ, ਇਸ ਗਲਤੀ ਨੂੰ ਕਿਸ ਤਰ੍ਹਾਂ ਇਹਦੀ ਭਰਪਾਈ ਕਰਨੀ ਹੈ ਸਰਕਾਰ ਨੇ, ਤਾਂ ਕਿ ਅੱਗੇ ਵੀ ਇਸ ਤਰ੍ਹਾਂ ਦਾ ਲੋਕ ਜਾਣਕਾਰੀ ਦਿੰਦੇ ਰਹਿਣ। ਚਲੋ, ਸ਼ੁਕਰੀਆ ਗਰੇਵਾਲ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਬੀਜੇਪੀ ਦੇ ਆਗੂ ਇਲਜ਼ਾਮ ਲਗਾ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ। ਉਹਨਾਂ ਦਾ ਕਹਿਣਾ ਕਿ ਜਿਹੜੇ ਕੇਸਿਸ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ ਐਕਸ਼ਨ ਹੋਇਆ, ਉਹ ਲਾਜ਼ਮੀ ਤੌਰ ਤੇ ਠੀਕ ਹੈ, ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜੋ ਮੈਂ ਪਹਿਲਾਂ ਤੁਹਾਨੂੰ ਜਾਣਕਾਰੀ ਦੇ ਰਿਹਾ ਸੀ ਕਿ ਜਦੋਂ ਇਹ ਪੂਰੀ ਲਿਸਟ ਜਾਰੀ ਕੀਤੀ ਗਈ ਹੈ, ਤਾਂ ਉਸ ਦੇ ਵਿੱਚ ਬਕਾਇਦਾ ਜਿਹੜਾ ਕੰਪਲੇਨੈਂਟ ਹੈ, ਜੋ ਸ਼ਿਕਾਇਤ ਕਰਤਾ ਹੈ, ਉਸ ਦਾ ਵੀ ਨਾਮ ਜਨਤਕ ਕਰ ਦਿੱਤਾ ਗਿਆ ਤੇ ਉਸ ਦਾ ਪਤਾ ਇਨਫੈਕਟ ਦੱਸਿਆ ਗਿਆ ਕਿ ਉਹ ਕਿਹੜੇ ਜ਼ਿਲ੍ਹੇ ਦਾ, ਕਿੱਥੇ ਦਾ ਰਹਿਣ ਵਾਲਾ ਹੈ। ਉਸ ਨੂੰ ਲੈ ਕੇ ਹੀ ਹੁਣ ਬੀਜੇਪੀ ਦੇ ਆਗੂ ਸਵਾਲ ਚੁੱਕ ਰਹੇ ਨੇ ਕਿ ਇਸ ਦੇ ਨਾਲ ਲੋਕਾਂ ਦਾ ਹੌਸਲਾ ਟੁੱਟੇਗਾ। ਪਰ ਭ੍ਰਿਸ਼ਟਾਚਾਰ ਦੇ ਖਿਲਾਫ ਵਾਰ ਐਕਸ਼ਨ ਜਾਰੀ ਹੈ। ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਕੀ ਹੋਈ ਹੋਵੇ ਤੁਹਾਨੂੰ ਦੱਸਦੇ ਹਾਂ। ਇਸ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਵਿਜੀਲੈਂਸ ਵਿਭਾਗ ਨੇ ਇੱਕ ਹੋਰ ਗ੍ਰਿਫਤਾਰੀ ਕੀਤੀ। ਵਿਭਾਗ ਨੇ IAS ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫਤਾਰ ਕੀਤਾ ਹੈ। IAS ਅਧਿਕਾਰੀ ਤੇ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਨੇ। ਪੰਜਾਬ 'ਚ IAS ਅਧਿਕਾਰੀ ਭ੍ਰਿਸ਼ਟਾਚਾਰ ਦੀ ਖੇਡ ਰਿਹਾ ਸੀ, ਪਰ ਹੁਣ ਉਹ ਅਧਿਕਾਰੀ ਵਿਜੀਲੈਂਸ ਤੇ ਧੱਕੇ ਚੜ੍ਹ ਗਿਆ। ਗ੍ਰਿਫਤਾਰ ਅਧਿਕਾਰੀ 2008 ਬੈਚ ਪਾਸ ਹੈ ਅਤੇ ਮੌਜੂਦਾ ਸਮੇਂ 'ਚ ਪੈਨਸ਼ਨ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ। ਅਸਲ 'ਚ ਵਿਜੀਲੈਂਸ ਨੇ IAS ਅਧਿਕਾਰੀ ਸੰਜੇ ਪੋਪਲੀ ਨੂੰ ਗ੍ਰਿਫਤਾਰ ਕੀਤਾ ਹੈ। गिरफ्तार IAS अधिकारी ਦਾ ਸਹਾਇਕ ਸਕੱਤਰ ਵੀ ਕਾਬੂ ਕੀਤਾ ਗਿਆ। ਸੰਜੇ ਪੋਪਲੀ ਤੇ ਸੀਵਰੇਜ ਪ੍ਰੋਜੈਕਟ ਤੋਂ ਠੇਕੇਦਾਰ ਤੋਂ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ। ਇਹ ਪ੍ਰੋਜੈਕਟ 7.5 ਕਰੋੜ ਦਾ ਸੀ, ਜਿਸ ਦੇ ਬਦਲੇ 1% ਦੀ ਕਮਿਸ਼ਨ ਮੰਗੀ ਗਈ ਸੀ। ਪੰਜਾਬ ਸੀਵਰੇਜ ਬੋਰਡ ਦੇ CEO ਰਹਿਣ ਦੌਰਾਨ ਉਹਨਾਂ ਵੱਲੋਂ ਇਹ ਰਿਸ਼ਵਤ ਮੰਗੀ ਗਈ ਸੀ। ਹਾਲਾਂਕਿ ਪਹਿਲਾਂ IAS ਅਧਿਕਾਰੀ ਵੱਲੋਂ 7% ਦੀ ਕਮਿਸ਼ਨ ਦੀ ਡਿਮਾਂਡ ਕੀਤੀ ਗਈ ਸੀ, ਪਰ ਠੇਕੇਦਾਰ ਦੇ ਮਨਾ ਕਰਨ ਤੇ 2% ਤੱਕ ਗੱਲ ਪਹੁੰਚੀ ਅਤੇ ਫਾਈਨਲ ਡੀਲ 1% ਤੇ ਤੈਅ ਹੋਈ। ਇਸ ਡੀਲ ਦੇ ਤੈਅ ਹੋਣ ਤੋਂ ਬਾਅਦ ਠੇਕੇਦਾਰ ਨੇ 3.5 ਲੱਖ ਰੁਪਏ ਦੀ ਪਹਿਲੀ ਕਿਸ਼ਤ IAS ਅਧਿਕਾਰੀ ਕੋਲ ਜਮ੍ਹਾਂ ਕਰ ਦਿੱਤੀ ਅਤੇ ਬਾਕੀ ਦੇ ਬਚੇ 3.5 ਲੱਖ ਵੀ ਠੇਕੇਦਾਰ ਨੇ ਦੇਣ ਲਈ ਸਮਾਂ ਮੰਗਿਆ ਸੀ। ਪੂਰੀ ਡੀਲ ਤੇ ਪੈਸਿਆਂ ਦਾ ਲੈਣ ਦੇਣ ਇੱਕ ਗੱਡੀ 'ਚ ਹੋਇਆ ਦੱਸਿਆ ਜਾ ਰਿਹਾ ਹੈ,
ਜਿਸ ਦੀ ਠੇਕੇਦਾਰ ਵੱਲੋਂ ਕੈਮਰੇ 'ਚ ਰਿਕਾਰਡਿੰਗ ਕਰ ਲਈ ਗਈ। ਰਿਕਾਰਡਿੰਗ ਕਰਨ ਤੋਂ ਬਾਅਦ ਠੇਕੇਦਾਰ ਨੇ 17 ਮਿੰਟ ਦੀ ਵੀਡੀਓ ਰਿਕਾਰਡਿੰਗ ਸੀਐਮ ਹੈਲਪਲਾਈਨ ਤੇ ਭੇਜੀ, ਜਿਸ ਤੋਂ ਬਾਅਦ ਆਈਏਐਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ 'ਚ ਸੀਵਰੇਜ ਦੇ ਕੰਮ ਲਈ ਠੇਕੇਦਾਰ ਨੂੰ ਇਹ ਟੈਂਡਰ ਅਲਾਟ ਹੋਇਆ ਸੀ, ਜਿਸ ਤੋਂ ਬਾਅਦ ਹੁਣ ਭ੍ਰਿਸ਼ਟਾਚਾਰ ਐਕਟ ਦੀ ਧਾਰਾ 7, 7A ਅਤੇ 120B ਤਹਿਤ ਇਹ ਗ੍ਰਿਫਤਾਰੀ ਕੀਤੀ ਗਈ ਹੈ। ਉਧਰ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਸੰਜੇ ਪੋਪਲੀ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਉਸ ਨੂੰ 4 ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ है। जो विजिलेंस का था, विजिलेंस का मामला ये था कि हमने इनसे इंटरोगेशन करने, इंटरोगेशन में हमें कुछ पता करना, बाकी भी 25-30 आदमी और भी होते कॉन्ट्रैक्टर जिनके साथ कोई रिलेशन था। ਦੱਸਿए कि ਪੋਪਲੀ ਨੂੰ ਉਹਨਾਂ ਦੀ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਦੀ ਸ਼ਿਕਾਇਤ ਕਰਨਾਲ ਦੇ ਸਰਕਾਰੀ ਕੰਟਰੈਕਟਰ ਸੰਜੇ ਕੁਮਾਰ ਨੇ ਕੀਤੀ ਸੀ। ਸ਼ਿਕਾਇਤ 'ਚ ਕਿਹਾ ਗਿਆ ਸੀ ਕਿ ਇਸ ਸਾਲ ਜਨਵਰੀ ਮਹੀਨੇ ਉਸ ਨੂੰ ਸੰਜੇ ਪੋਪਲੀ ਨੇ ਕਾਲ ਕੀਤੀ ਅਤੇ ਰਿਸ਼ਵਤ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਤੁਰੰਤ ਐਕਸ਼ਨ ਲੈਂਦਿਆਂ ਆਈਐਸ ਅਧਿਕਾਰੀ ਪੋਪਲੀ ਨੂੰ ਗ੍ਰਿਫਤਾਰ ਕਰ ਲਿਆ। ਮੋਹਾਲੀ ਤੋਂ ਮਨੋਜ ਰਾਠੀ, ਨਿਊਜ਼ 18 ਪੰਜਾਬ। ਤਾਂ ਆਈਏਐਸ ਅਧਿਕਾਰੀ, ਬਹੁਤ ਵੱਡਾ ਰੈਂਕ ਹੁੰਦਾ ਆਈਏਐਸ ਅਧਿਕਾਰੀ ਦਾ, ਪਰ ਗ੍ਰਿਫਤਾਰ ਕਰ ਲਿਆ ਗਿਆ ਹੈ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੇ ਵਿੱਚ। ਇੱਕ ਹੋਰ ਗ੍ਰਿਫਤਾਰੀ ਪਹਿਲਾਂ ਹੋਈ ਸੀ, ਉਹ ਸੀ ਮੰਤਰੀ ਦੀ। ਜਿਹਾਂ ਬਰਖਾਸਤ ਕਰਕੇ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ। ਨਾਮ ਡਾਕਟਰ ਵਿਜੇ ਸਿੰਗਲਾ ਤੇ ਰਾਹਤ ਸਾਬਕਾ ਮੰਤਰੀ ਨੂੰ ਅਜੇ ਤੱਕ ਵੀ ਨਹੀਂ ਮਿਲ ਰਹੀ ਹੈ। ਫਿਲਹਾਲ ਸਿੰਗਲਾ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਵੇਗਾ। ਸਾਬਕਾ ਬਰਖਾਸਤ ਮੰਤਰੀ ਨੂੰ ਫਿਲਹਾਲ ਜੇਲ੍ਹ ਦੇ ਵਿੱਚ ਰਹਿਣਾ ਹੋਵੇਗਾ। ਹਾਈ ਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਹੈ। ਮਾਮਲੇ ਦੇ ਵਿੱਚ 4 ਜੁਲਾਈ ਨੂੰ ਸੁਣਵਾਈ ਹੋਵੇਗੀ। ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਦਾਖਲ ਕੀਤੀ ਹੈ। ਵਿਜੇ ਸਿੰਗਲਾ ਤੋਂ ਕੋਈ ਪੈਸਾ ਰਿਕਵਰ ਨਹੀਂ ਹੋਇਆ। ਇਹ ਜੋ ਸਿੰਗਲਾ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਅਦਾਲਤ ਦੇ ਵਿੱਚ, ਵਿਜੇ ਸਿੰਗਲਾ ਨੇ ਕੋਈ ਜੁਰਮ ਨਹੀਂ ਕਬੂਲਿਆ ਹੈ, ਇਹ ਵੀ ਦਾਅਵਾ ਕੀਤਾ ਗਿਆ। 1 ਮਹੀਨੇ ਤੋਂ ਵਿਜੇ ਸਿੰਗਲਾ ਜੇਲ੍ਹ ਦੇ ਵਿੱਚ ਬੰਦ ਨੇ। ਸਿੰਗਲਾ ਦੇ ਵਕੀਲ ਨੇ ਕੋਰਟ ਦੇ ਵਿੱਚ ਇਹ ਗੱਲਾਂ ਰੱਖੀਆਂ ਨੇ, ਜਦਕਿ ਅਦਾਲਤ ਦੇ ਵੱਲੋਂ ਕਿਹਾ ਗਿਆ ਕਿ ਇੱਕ ਕੰਟਰੋਵਰਸ਼ੀਅਲ ਮੈਟਰ ਹੈ। ਔਰ ਪਹਿਲਾਂ ਸਰਕਾਰ ਦਾ ਜਵਾਬ ਕੀ ਹੈ ਉਹ ਵੀ ਦੇਖ ਲੈਂਦੇ ਆ, ਸਟੇਟਸ ਰਿਪੋਰਟ ਦੇਖ ਲੈਂਦੇ ਆ, ਉਸ ਤੋਂ ਬਾਅਦ ਅੱਗੇ ਕਾਰਵਾਈ ਹੋਏਗੀ ਜਾਂ ਫੈਸਲਾ ਕਰਾਂਗੇ। ਯਾਨੀ 4 ਜੁਲਾਈ ਦੇ ਉੱਤੇ ਨਜ਼ਰਾਂ ਲਾਜ਼ਮੀ ਤੌਰ ਤੇ ਹੁਣ ਹੋਣਗੀਆਂ ਵਿਜੇ ਸਿੰਗਲਾ ਤੇ ਉਹਨਾਂ ਦੇ ਸਮਰਥਕਾਂ ਦੀਆਂ। ਕਰਪਸ਼ਨ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਲਜ਼ਾਮ ਨੇ ਡਾਕਟਰ ਵਿਜੇ ਸਿੰਗਲਾ ਦੇ ਉੱਤੇ ਕਿ ਮੰਤਰੀ ਰਹਿੰਦੇ ਹੋਏ ਉਹਨਾਂ ਦੇ ਵੱਲੋਂ ਇੱਕ ਟੈਂਡਰ ਦੇ ਵਿੱਚ 1% ਮੰਗਿਆ ਗਿਆ ਸੀ। ਸਿਹਤ ਮੰਤਰਾਲਾ ਉਹਨਾਂ ਦੇ ਕੋਲ ਸੀ ਕਿ 1% ਮੰਗਿਆ ਗਿਆ ਸੀ ਤੇ ਉਸ ਤੋਂ ਬਾਅਦ ਉਸ ਦੀ ਸ਼ਿਕਾਇਤ ਕੀਤੀ ਗਈ। ਸੀਐਮ ਦੇ ਕੋਲ ਪੂਰਾ ਮਾਮਲਾ ਪਹੁੰਚਿਆ। ਮੁੱਖ ਮੰਤਰੀ ਨੇ ਖੁਦ ਅਬਜ਼ਰਵ ਕੀਤਾ ਤੇ ਉਸ ਤੋਂ ਬਾਅਦ ਕੁਝ ਸਬੂਤਾਂ ਦੇ ਨਾਲ, ਕਿਉਂਕਿ ਇਹ ਵੀ ਦਾਅਵਾ ਹੈ ਕਿ ਇਸ ਪੂਰੇ ਮਾਮਲੇ 'ਚ ਆਡੀਓ ਰਿਕਾਰਡਿੰਗ ਵੀ ਹੈ ਤੇ ਉਸ ਦੇ ਆਧਾਰ ਦੇ ਉੱਤੇ ਹੀ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਾਂ ਕੇਸ ਰਜਿਸਟਰ ਕੀਤਾ ਗਿਆ। ਹਾਲਾਂਕਿ ਇਸ ਮੁਤਲਕ ਵੀ ਕੋਰਟ ਦੇ ਅੰਦਰ ਤਰਕ ਦਿੱਤਾ ਗਿਆ ਹੈ ਸਿੰਗਲਾ ਦੇ ਵਕੀਲਾਂ ਦੇ ਵੱਲੋਂ ਕਿ ਉਸ ਜਿਹੜੀ ਰਿਕਾਰਡਿੰਗ ਹੈ ਉਸ ਦੇ ਵਿੱਚ ਆਵਾਜ਼ ਸਪਸ਼ਟ ਨਹੀਂ ਹੈ ਔਰ ਕੋਈ ਵੀ ਪੈਸਾ ਰਿਕਵਰ ਡਾਕਟਰ ਵਿਜੇ ਸਿੰਗਲਾ ਦੇ ਕੋਲੋਂ ਨਹੀਂ ਹੋਇਆ ਤੇ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਜਾਵੇ, ਜਿਸ ਦਾ ਵਿਰੋਧ ਕੀਤਾ ਗਿਆ ਪੰਜਾਬ ਸਰਕਾਰ ਦੇ ਵਕੀਲ ਦੇ ਵੱਲੋਂ। ਤੇ ਹੁਣ ਅਦਾਲਤ ਨੇ ਕਿਹਾ ਕਿ ਬਹੁਤ ਕੰਟਰੋਵਰਸ਼ੀਅਲ ਮੈਟਰ ਨਜ਼ਰ ਆਉਂਦਾ ਹੈ, ਇਸ ਕਰਕੇ ਜੋ ਸਟੇਟਸ ਰਿਪੋਰਟ ਹੈ ਸਰਕਾਰ ਦੇ ਵਕੀਲਾਂ ਦੀ ਉਹ ਵੀ ਦੇਖੀ ਜਾਵੇਗੀ ਤੇ ਉਸ ਤੋਂ ਬਾਅਦ ਅਸੀਂ ਅੱਗੇ ਦਾ ਫੈਸਲਾ ਕਰਾਂਗੇ। ਅਗਲੀ ਸੁਣਵਾਈ 4 जुलाई ਨੂੰ होगी। हमारी बेल एप्लीकेशन के अगेंस्ट स्टेट ने एक रिप्लाई फाइल किया है। एडमिटेडली उनके रिप्लाई में एक भी एविडेंस नहीं है जो एलिगेशन को सपोर्ट करे। वो खुद एडमिट करते हैं कि पिटिशनर विजय सिंगला से कोई भी रिकवरी नहीं हुई है। इसके अलावा जो एलिज्ड कन्वर्सेशन है उसके लिए विजय सिंगला अपना वॉइस सैंपल पहले ही दे चुके हैं। हालांकि उस कन्वर्सेशन को भी बेसिस बनाने का कोई एविडेंस स्टेट ऑफ पंजाब के पास नहीं है। उनके रिप्लाई से भी देता है देयर इज नो अदर एविडेंस। तो आज ही वो स्टेटस रिपोर्ट फाइल हो चुका है। नेक्स्ट डेट कोर्ट ने दिया है आर्गुमेंट्स के लिए ऑन दी ओपनिंग ऑफ द कोर्ट। 4 जुलाई को कोर्ट खुलेंगे और कोर्ट ने ओपनिंग पर ही हमें आर्गुमेंट्स के लिए डेट दी है। तो डॉक्टर विजय सिंगला ਨੂੰ ਤਾਂ ਫਿਲਹਾਲ ਰਾਹਤ ਨਹੀਂ ਮਿਲੀ ਹੈ। ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਮੰਤਰੀ ਸੀ, ਉਸ ਨੂੰ ਰਾਹਤ ਮਿਲੀ ਤੇ ਇੱਕ ਸਾਬਕਾ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਨੇ ਰਾਹਤ ਉਹਨਾਂ ਨੂੰ ਵੀ ਨਹੀਂ ਮਿਲੀ। ਨਾਮ ਹੈ ਭਾਰਤ ਭੂਸ਼ਣ ਆਸ਼ੂ। ਜੀ ਹਾਂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਰਾਹਤ ਨਹੀਂ ਮਿਲੀ ਹੈ। ਆਸ਼ੂ ਦੀ ਪਟੀਸ਼ਨ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ। ਮਾਮਲੇ ਦੇ ਵਿੱਚ 6 ਜੁਲਾਈ ਨੂੰ ਮੁੜ ਤੋਂ ਸੁਣਵਾਈ ਹੋਵੇਗੀ। ਦਰਅਸਲ ਭਾਰਤ ਭੂਸ਼ਣ ਆਸ਼ੂ ਫੂਡ ਐਂਡ ਸਪਲਾਈ ਮੰਤਰੀ ਪੰਜਾਬ ਦੇ ਰਹੇ ਨੇ ਤੇ ਉਸ ਪੂਰੇ ਵਿਭਾਗ ਦੇ ਵਿੱਚ ਹੋਈਆਂ ਗੜਬੜੀਆਂ ਦੇ ਇਲਜ਼ਾਮਾਂ ਦੇ ਤਹਿਤ ਵਿਜੀਲੈਂਸ ਉਸ ਪੂਰੇ ਮਾਮਲੇ 'ਚ ਜਾਂਚ ਕਰ ਰਹੀ ਹੈ, ਜਿਸ ਦੇ ਵਿੱਚ ਇਲਜ਼ਾਮ ਨੇ ਕਿ 2000 ਕਰੋੜ ਦਾ ਘਪਲਾ ਹੋਇਆ ਹੈ। ਤੇ ਆਸ਼ੂ ਨੇ ਹਾਈ ਕੋਰਟ ਦਾ ਰੁਖ ਕੀਤਾ ਤੇ ਕਿਹਾ ਕਿ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਉਹਨਾਂ ਨੂੰ ਦਿੱਤਾ ਜਾਵੇ। ਵਿਜੀਲੈਂਸ ਦੀ ਜਾਂਚ ਦੇ ਉੱਤੇ ਵੀ ਸਵਾਲ ਚੁੱਕੇ ਗਏ ਤੇ ਕਿਹਾ ਕਿ ਵਿਜੀਲੈਂਸ ਦੀ ਜਾਂਚ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ, ਉਹ ਵੀ ਸਹੀ ਢੰਗ ਦੇ ਨਾਲ ਕਰਵਾਈ ਜਾਵੇ। ਫਿਲਹਾਲ ਅਦਾਲਤ ਨੇ 7 ਦਿਨ ਦਾ ਨੋਟਿਸ ਦੇਣ ਵਾਲੀ ਮੰਗ ਦੇ ਉੱਤੇ
राहत नहीं दी है भारत भूषण आसन। ऑपोजिशन के मिनिस्टर हैं, एक्स कैबिनेट मिनिस्टर हैं, देयर इज अ पॉलिटिकल वेंडेटा, रेकवेंजेंस में ये कंप्लेंट्स चलाई जा रही हैं। और अगर पिटिशनर को 7 डे प्रायर नोटिस का रिलीफ दे दिया जाता है तो इसमें इन्वेस्टिगेशन बिल्कुल भी हैम्पर नहीं हो रही है। इट्स नॉट अ ब्लैंकेट बेल। कोर्ट ने कहा कि रिलीफ नहीं है, बट 6 जुलाई तक ये चलेगा। कोर्ट ने अभी कोई इंटरिम रिलीफ नहीं दिया है। और जो बाकी डेवलपमेंट्स हुई है, ये केस फाइल करने के बाद भी देयर आर डेवलपमेंट्स या सर्कमस्टेंसेज जहां स्टेट इंटरेस्ट ले रही है। स्टेट का अपना क्या इंटरेस्ट है? अगर वो ये कहते हैं कि कंप्लेंट है तो स्टेट हैज नो इंटरेस्ट, बट स्टेट की जो पावर में लोग हैं, वेदर इट्स चीफ मिनिस्टर और द अदर मिनिस्टर्स, दे आर रिपीटेडली मेकिंग स्टेटमेंट्स अगेंस्ट द पिटिशनर भरत भूषण, एंड दैट इज वाई वो सर्कमस्टेंसेज को हम कोर्ट के सामने रखेंगे और फाइनल आर्ग्यूमेंट्स के लिए 6 जुलाई रखेंगे।